ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ, ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ। ਤੇ ਜੇਕਰ ਮੌਕਾ ਮਿਲਦਾ ਹੈ ਤੇ ਸਾਡਾ ਰੱਬ ਬੋਲਦਾ ਹੈ, ਅਸੀਂ ਉਹਦੀਆਂ ਸੁਣੀਆਂ ਹੈ ਤੇ ਉਹ ਚਾਹੁੰਦਾ ਹੈ ਕਿ ਅਸੀਂ ਅੱਗੇ ਵੀ ਸੁਣਾ ਲਈਏ। ਅਬਰਾਨੀਆਂ 4 ਬਾਬ ਉਹਦੀ 2 ਚ ਲਿਖਿਆ, ਪੌਲੁਸ ਰਸੂਲ ਕਹਿੰਦਾ ਸਾਨੂੰ ਵੀ ਉਹਨਾਂ ਦੀ ਤਰ੍ਹਾਂ ਹੀ ਖੁਸ਼ਖਬਰੀ ਸੁਣਾਈ ਗਈ ਸੀ, ਪਰ ਸੁਣੇ ਹੋਏ ਕਲਾਮ ਨੇ ਉਹਨਾਂ ਨੂੰ ਕੁਝ ਫਾਇਦਾ ਨਾ ਦਿੱਤਾ। ਸੁਣੇ ਹੋਏ ਕਲਾਮ ਨੇ ਉਹਨਾਂ ਨੂੰ ਕੁਝ ਫਾਇਦਾ ਨਾ ਦਿੱਤਾ, ਇਸ ਲਈ ਫਾਇਦਾ ਉਹਨਾਂ ਨੇ ਨਾ ਉਠਾਇਆ। ਕਲਾਮ ਸਾਰਿਆਂ ਵਾਸਤੇ ਹੋਇਆ, ਪਰ ਸੁਣਨ ਵਾਲਿਆਂ ਨੇ, ਕੁਝ ਲੋਕਾਂ ਨੇ ਫਾਇਦਾ ਉਠਾ ਲਿਆ ਤੇ ਕੁਝ ਲੋਕਾਂ ਨੇ ਫਾਇਦਾ ਨਾ ਉਠਾਇਆ, ਕਿਉਂਕਿ ਲਿਖਿਆ ਸੁਣਨ ਵਾਲਿਆਂ ਦੇ ਦਿਲਾਂ ਦੇ ਵਿੱਚ ਈਮਾਨ ਦੇ ਨਾਲ ਨਾ ਬੈਠਿਆ। ਜਿਸ ਲਈ ਕਲਾਮ ਹੁੰਦਾ ਹੈ, ਅਗਰ ਤੇ ਉਸ ਕਲਾਮ ਨੂੰ ਕੋਈ ਸਮਝਦਾ ਹੈ ਕਿ ਇਹ ਖੁਦਾ ਦੇ ਮੂੰਹ ਦੀ ਗੱਲ ਹੈ ਤੇ ਉਹ ਤਸਲੀਮ ਕਰ ਲੈਂਦਾ, ਉਹ ਮੰਨ ਜਾਂਦਾ ਹੈ, ਉਹ ਦਿਲ 'ਚ ਵਸਾ ਲੈਂਦਾ ਹੈ ਔਰ ਦਿਲ ਨਾਲ ਯਕੀਨ ਕਰਦਾ ਹੈ ਕਿ ਇਹ ਗੱਲ ਖੁਦਾ ਦੀ ਹੈ ਤੇ ਮੈਂ ਇਸ ਨੂੰ ਮੰਨਣਾ ਹੈ, ਤੇ ਉਹਦਾ ਤੇ ਕਲਾਮ ਕਰ ਦਿੰਦਾ ਹੈ ਫਾਇਦਾ। ਪਰ ਜਿਹੜਾ ਯਕੀਨ ਨਹੀਂ ਕਰਦਾ, ਈਮਾਨ ਦੇ ਨਾਲ ਇਹਨੂੰ ਨਹੀਂ ਬਿਠਾਉਂਦਾ, ਉਹ ਬੰਦਾ ਘਾਟੇ 'ਚ ਰਹਿੰਦਾ। ਕਲਾਮ ਸੁਣਾਇਆ ਗਿਆ, ਸੁਣਿਆ ਸਾਰਿਆਂ ਨੇ, ਪਰ ਜਿਨ੍ਹਾਂ ਨੇ ਆਖਿਆ ਨਹੀਂ ਵੀ ਕਲਾਮ ਕਲਾਮ ਹੀ, ਤੇ ਕਲਾਮ ਦੀ ਗੱਲ ਨੂੰ ਅਵਲ ਦਰਜਾ ਦਿੱਤਾ। ਕਿਉਂਕਿ ਯਰਮੀਆ 2 ਬਾਬ 31 ਚ ਲਿਖਿਆ ਹੈ, ਐ ਇਸ ਪੁਸ਼ਤੇ ਲੋਗੋ ਖੁਦਾ ਦੀ ਕਲਾਮ ਦਾ ਲਿਹਾਜ਼ ਕਰਿਓ। ਜਿਨ੍ਹਾਂ ਲਿਹਾਜ਼ ਕੀਤਾ ਨਹੀਂ ਜੀ, ਕਲਾਮ ਸਭ ਤੋਂ ਉੱਤੇ ਉੱਤਮ। ਬੰਦਾ ਤਨਜ਼ੀਮਾਂ ਝੂਠੀਆਂ ਹੋ ਸਕਦੀਆਂ ਹੈ, ਕਲਾਮ ਝੂਠਾ ਨਹੀਂ ਹੋ ਸਕਦਾ। ਐਸੇ ਲੋਕਾਂ ਦੇ ਬੱਚੇ ਫਿਰ ਬਰਕਤ ਪਾਉਂਦੇ ਨੇ, ਜਿਹੜੇ ਕਲਾਮ ਨੂੰ ਉੱਤਮ ਦਰਜਾ ਦਿੰਦੇ ਨੇ, ਜਿਹੜੇ ਆਪਣੇ ਆਪ ਨੂੰ, ਇਮਾਲ ਦੀ ਕਿਤਾਬ 20 ਬਾਬ 32 ਦੱਸਦੀ ਹੈ, ਜਿਹੜੇ ਆਪਣੇ ਆਪ ਨੂੰ ਖੁਦਾ ਦੇ ਫਜ਼ਲ ਦੇ ਕਲਾਮ ਦੇ ਸਪੁਰਦ ਕਰ ਦਿੰਦੇ ਨੇ, ਤੇ ਫਿਰ ਕਲਾਮ ਉਹਨਾਂ ਦੀ ਤਰੱਕੀ ਕਰ ਦਿੰਦਾ ਹੈ। ਕਲਾਮ ਇਹ ਫਾਇਦਾ ਕਰਦਾ ਕਿ ਕਲਾਮ ਉਹਨਾਂ ਦੀ ਤਰੱਕੀ ਕਰ ਦਿੰਦਾ ਹੈ, ਮੁਕੱਦਸ ਲੋਕਾਂ ਦੇ ਨਾਲ ਮਿਲਾ ਦਿੰਦਾ ਹੈ, ਮਿਰਾਸ ਦਾ ਹਿੱਸੇਦਾਰ ਬਣਾ ਦਿੰਦਾ ਹੈ। ਯਾਨੀ ਸੋਨੇ ਦੀਆਂ ਸੜਕਾਂ, ਹੀਰੇ ਜਵਾਹਰਾਤ ਦੇ ਮਕਾਨਾਂ ਦਾ ਕਲਾਮ ਮੁਕੱਦਸਾਂ ਦੇ ਨਾਲ ਮਿਰਾਸ ਦਾ ਹਿੱਸਾ ਦਿਲਾ ਦਿੰਦਾ ਹੈ। ਪਰ ਇਹਦੇ ਲਈ ਜ਼ਰੂਰੀ ਹੈ ਕਿ ਕਲਾਮ ਵਾਸਤੇ ਦਿਲ ਖੋਲੀਏ, ਕਿਉਂਕਿ ਗਲਤੀਆਂ 6 ਬਾਬ 7 ਦੱਸਦੀ ਹੈ ਕਿ ਫਰੀਬ ਨਾ ਖਾਇਓ, ਖੁਦਾ ਠੱਠਿਆਂ 'ਚ ਉਡਾਇਆ ਨਹੀਂ ਹੋ ਜਾਂਦਾ। ਬਹੁਤ ਸਾਰੇ ਲੋਕ ਤੇ ਇਹਨੂੰ ਠੱਠਿਆਂ 'ਚ ਉਡਾ ਦਿੰਦੇ ਆ, ਬਜਾਏ ਕਿ ਇਹਨੂੰ ਦਿਲ 'ਚ ਵਸਾਉਣ, ਫਾਇਦਾ ਚੁੱਕਣ, ਬਲਕਿ ਇਸ ਨੂੰ ਠੱਠਿਆਂ 'ਚ ਉਡਾ ਦਿੰਦੇ। ਇਸ ਗੱਲ ਨੂੰ ਮੰਨਦੇ ਕਿ ਯਿਸੂ ਮਸੀਹ ਨਜਾਤ ਦੇਣ ਨਹੀਂ ਆ, ਨਜਾਤ ਦੇਣ ਲਈ ਆਇਆ, ਹੁਣ ਨਜਾਤ ਦਹਿੰਦਾ ਹੈ। ਈਦਾਂ ਵੀ ਬੜੇ ਜ਼ੋਰ ਨਾਲ ਮਨਾਉਂਦੇ ਆ, ਖਜੂਰੀ ਤਿਉਹਾਰ ਇੰਨੇ ਜੋਸ਼ ਨਾਲ ਮਨਾਉਂਦੇ ਆ। ਜ਼ਿਕਰੀਆ 9 ਬਾਬ ਉਹਦੀ 9 ਐਤ ਸੁਣਾਈ ਵੀ ਜਾਂਦੀ ਏ, ਤੇ ਉੱਥੇ ਲਿਖਿਆ ਮਿਲਦਾ ਏ ਜ਼ਿਕਰੀਆ ਨਬੀ ਦੇ ਸੀਫੇ 'ਚ ਕਿ ਉਹ ਜਦੋਂ ਆਵੇਗਾ, ਉਹ ਗਧੇ ਤੇ ਸਵਾਰ ਹੋਵੇਗਾ ਔਰ ਲੋਕ ਹੋਸ਼ਾਨਾ ਦੇ ਨਾਰੇ ਮਾਰਨਗੇ, ਖੁਸ਼ੀ ਨਾਲ ਲਲਕਾਰਨਗੇ। ਕਿਉਂ ਬਈ?
ਕਿਉਂਕਿ ਲਿਖਿਆ ਨਜਾਤ ਉਸ ਦੇ ਹੱਥ ਦੇ ਵਿੱਚ, ਉਹ ਨਜਾਤ ਦੇਂਦਾ ਹੈ, ਨਜਾਤ ਉਹਦੇ ਹੱਥ ਵਿੱਚ। ਪਰ ਜਦੋਂ ਗੱਲ ਹੁੰਦੀ ਏ ਕਿ ਯਿਸੂ ਮਸੀਹ ਕਹਿੰਦਾ ਏ ਈਮਾਨ ਲਿਆ ਤੇ ਫਿਰ ਲੈ ਬਪਤਿਸਮਾ ਤਾਂ ਕਿ ਤੂੰ ਨਜਾਤ ਪਾ, ਨਹੀਂ ਨਹੀਂ, ਇਹ ਨਹੀਂ ਮੰਨਣਾ, ਗੱਲ ਨਹੀਂ ਉਹਦੀ ਮੰਨਣੀ ਬਈ, ਗੱਲ ਉਸ ਦੀ ਨੂੰ ਮੰਨਣਾ। ਲਿਖਿਆ ਪਹਿਲਾਂ ਖੁਦਾ ਦਾ ਬੰਦਾ ਮੁਕੱਦਸ ਪਤਰਸ ਕਹਿੰਦਾ ਹੈ ਵੀ ਪਹਿਲਾਂ ਅਸੀਂ ਭੇਡਾਂ ਦੀ ਤਰ੍ਹਾਂ ਭਟਕਦੇ ਫਿਰਦੇ ਸੀ, ਹੁਣ ਤੇ ਅਸੀਂ ਆਪਣੇ ਗੱਲਾਂਬਾਨ ਦੇ ਕੋਲ ਆ ਗਏ। ਪਹਿਲਾਂ ਅਸੀਂ ਭੇਡਾਂ ਦੀ ਤਰ੍ਹਾਂ ਭਟਕਦੇ ਫਿਰਦੇ ਸੀ। ਪਹਿਲਾ ਪਤਰਸ ਪਹਿਲਾ ਹੀ ਬਾਪ ਪਹਿਲਾ ਪਤਰਸ ਪਹਿਲਾ ਹੀ ਬਾਪ 25 ਐਤ ਨੂੰ ਵੇਖਾਂਗੇ। ਸੋ ਲਿਖਿਆ ਮਿਲਦਾ ਹੈ, ਬਈ ਇਹੋ ਹੀ ਖੁਦਾਵੰਦ ਦਾ ਕਲਾਮ ਅਬ ਤੱਕ ਕਾਇਮ ਰਹੇਗਾ ਤੇ ਇਹੋ ਹੀ ਖੁਸ਼ਖਬਰੀ ਦਾ ਕਲਾਮ ਹੈ ਜਿਹੜਾ ਤੁਹਾਨੂੰ ਸੁਣਾਇਆ ਗਿਆ, ਇਹਨੇ ਕਾਇਮ ਰਹਿਣਾ ਹੀ। ਤੇ ਏਦਾਂ ਨਾ ਹੋਵੇ ਕਿ ਭੇਡਾਂ ਦੀ ਤਰ੍ਹਾਂ ਭਟਕਦੇ ਨਾ ਫਿਰਿਓ, ਬਲਕਿ ਗੱਲਾਂਬਾਨ ਦੇ ਕੋਲ ਆ ਜਿਓ। ਇਹੋ ਹੀ ਕਲਾਮ ਅਬ ਤੱਕ ਕਾਇਮ ਰਹਿਣਾ, ਜਿਹੜੀ ਗੱਲ ਉਹਨੇ ਕਰ ਦਿੱਤੀ ਉਹੋ ਹੀ ਕਾਇਮ ਰਹਿਣੀ ਹੈ। ਇਹ ਵੱਡੇ ਦੇ ਬਪਤਿਸਮੇ ਤੋਂ ਛੋਟੇ ਦੇ ਬਪਤਿਸਮੇ ਤੇ ਨਹੀਂ ਆਉਣੀ, ਕਿਉਂਕਿ ਲਿਖਿਆ ਇਹ ਖੁਦਾਵੰਦ ਦਾ ਕਲਾਮ ਹੈ ਤੇ ਅਬ ਤੱਕ ਇਹੋ ਹੀ ਕਾਇਮ ਰਹਿਣਾ ਹੈ। ਕਿਉਂਕਿ ਜਿਸ ਵੇਲੇ ਅਸੀਂ ਅਬਰਾਨੀਓ 13 ਬਾਬ ਤੇ 8 ਐਤ ਨੂੰ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਮਿਲਦਾ ਹੈ ਕਿ ਯਿਸੂ ਮਸੀਹ ਕੱਲ ਤੇ ਅੱਜ ਬਲਕਿ ਅਬ ਤੱਕ ਯਕਸਾ ਬਰਾਬਰ, ਜਿਹੜੀ ਗੱਲ ਉਹਨੇ ਕੱਲ ਕਹੀ ਸੀ ਅੱਜ ਵੀ ਉਹੀ, ਆਉਣ ਵਾਲੇ ਵਕਤ ਵਿੱਚ ਵੀ ਉਹੀ ਹੋਣੀ ਹੈ। ਤੇ 9 ਐਚ ਫਿਰ ਆਖਿਆ ਮੁਖਤਲਫ ਤੇ ਬੇਗਾਨਾ ਤਲੀਮਾਂ ਇਨਸਾਨਾਂ ਨੂੰ ਭਟਕਾਉਂਦੀਆਂ ਨੇ। ਮੁਖਤਲਫ ਤੇ ਬੇਗਾਨਾ ਤਲੀਮਾਂ, ਇਸੇ ਕਰਕੇ ਖੁਦਾ ਦਾ ਬੰਦਾ ਮੁਕੱਦਸ ਪਤਰਸ ਕਹਿੰਦਾ ਹੈ ਖੁਦਾਵੰਦ ਦਾ ਕਲਾਮ ਅਬ ਤੱਕ ਕਾਇਮ ਰਹੇਗਾ ਤੇ ਇਹੋ ਹੀ ਖੁਸ਼ਖਬਰੀ ਦਾ ਕਲਾਮ ਹੈ ਜਿਹੜਾ ਤੁਹਾਨੂੰ ਸੁਣਾਇਆ ਗਿਆ। ਤੇ ਜੇ ਤਾਂ ਬਿਠਾ ਲਓਗੇ ਦਿਲ 'ਚ ਫਾਇਦਾ ਚੁੱਕੋਗੇ, ਨਾ ਬਿਠਾਓਗੇ ਘਾਟੇ 'ਚ। ਤੇ ਖੁਦਾ ਦਾ ਬੰਦਾ ਮੁਕੱਦਸ ਯਾਕੂਬ ਇਸ ਦੇ ਬਾਰੇ ਦੱਸਦਾ ਹੈ ਕਿ ਇਹਦੇ ਵਿੱਚ ਤਬਦੀਲੀ ਵੀ ਕੋਈ ਨਹੀਂ ਆ ਸਕਦੀ। ਇਸੇ ਕਰਕੇ ਉਹ ਕਹਿੰਦਾ ਪਹਿਲਾ ਯਾਕੂਬ ਦਾ ਖਤ ਪਹਿਲਾ ਬਾਪ, ਉਸ ਦੀ ਜਿਸ ਵੇਲੇ ਅਸੀਂ 16 ਐਤ ਨੂੰ ਪੜ੍ਹਦੇ ਹਾਂ ਤੇ ਖੁਦਾ ਦੇ ਕਲਾਮ ਦੇ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਮਿਲਦਾ ਹੈ। ਪਹਿਲਾ ਪਤਰਸ ਪਹਿਲਾ ਬਾਪ 16 ਐਤ 'ਚ ਲਿਖਿਆ ਮਿਲਦਾ ਹੈ, ਫਰੇਬ ਨਾ ਖਾਇਓ, ਫਰੇਬ ਨਾ ਖਾਇਓ, ਹਰ ਅੱਛੀ ਬਖਸ਼ਿਸ਼ ਤੇ ਕਾਮਲ ਇਨਾਮ ਉੱਪਰੋਂ ਏ, ਹਰ ਅੱਛੀ ਬਖਸ਼ਿਸ਼ ਤੇ ਕਾਮਲ ਇਨਾਮ ਉੱਪਰੋਂ ਏ, ਜਿਹੜਾ ਨੂਰਾਂ ਦੇ ਬਾਪ ਦੀ ਤਰਫੋਂ ਤੁਹਾਡੇ ਤੱਕ ਪਹੁੰਚਦਾ ਹੈ। ਹਰ ਅੱਛੀ ਬਖਸ਼ਿਸ਼ ਤੇ ਕਾਮਲ ਇਨਾਮ ਉੱਪਰੋਂ ਏ, ਜਿਹੜਾ ਨੂਰਾਂ ਦੇ ਬਾਪ ਦੀ ਤਰਫੋਂ ਤੁਹਾਡੇ ਤੱਕ ਪਹੁੰਚਦਾ ਹੈ, ਤੇ ਜਿਹਦੇ ਵਿੱਚ ਕਹਿੰਦਾ ਕੋਈ ਤਬਦੀਲੀ ਨਹੀਂ ਹੋ ਸਕਦੀ ਤੇ ਨਾ ਹੀ ਗਰਦਸ਼ ਦੇ ਸਵਾਬੋਂ ਉਹਦੇ ਤੇ ਸਾਇਆ ਪੈ ਸਕਦਾ ਹੈ ਕਿ ਵੀ ਹਾਲਾਤ ਬਦਲ ਗਏ ਨੇ, ਹੁਣ ਪਤਾ ਨਹੀਂ ਕਲਾਮ ਵੀ ਤਬਦੀਲ ਹੋ ਗਿਆ। ਨਹੀਂ, ਗਰਦਸ਼ ਤੇ ਸਵਾਬੋਂ ਵਿੱਚ ਸਾਇਆ ਨਹੀਂ ਪੈਣਾ। ਇਸੇ ਕਰਕੇ ਖੁਦਾ ਦਾ ਬੰਦਾ ਯਾਕੂਬ ਕਹਿੰਦਾ ਫਰੇਬ ਨਾ ਖਾਇਓ, ਹਰ ਅੱਛੀ ਬਖਸ਼ਿਸ਼ ਤੇ ਕਾਮਲਾ ਨਾਮ ਉੱਪਰੋਂ ਉੱਪਰੋਂ, ਇਹ ਨੂਰਾਂ ਦੇ ਬਾਪ ਦੀ ਤਰਫੋਂ, ਨੂਰਾਂ ਦੇ ਬਾਪ ਦੀ ਤਰਫ ਤੁਹਾਨੂੰ ਮਿਲਦਾ ਹੈ। ਤੇ ਕਹਿੰਦਾ ਹੈ ਇਹਦੇ ਵਿੱਚ
ਇਹਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ, ਕੋਈ ਤਬਦੀਲੀ ਨਹੀਂ ਹੋ ਸਕਦੀ ਬਈ, ਨਾ ਗਰਦਸ਼ ਦੇ ਸਵਾਬੋਂ ਇਹਦੇ ਤੇ ਸਾਇਆ ਪੈਣਾ ਹੈ। ਤੇ ਆਓ ਅੱਜ ਮੌਕਾ ਹੈ, ਕਲਾਮ ਨੂੰ ਦਿਲ 'ਚ ਵਸਾਈਏ, ਫਾਇਦਾ ਚੁੱਕੀਏ, ਸੁਣੇ ਹੋਏ ਕਲਾਮ ਨੂੰ ਈਮਾਨ ਦੇ ਨਾਲ ਦਿਲ 'ਚ ਬਿਠਾਈਏ। ਅਬਰਾਨੀਆਂ 2 ਬਾਪ ਦੀ ਪਹਿਲੀ ਐਚ ਲਿਖਿਆ ਹੈ, ਜਿਹੜੀਆਂ ਗੱਲਾਂ ਅਸੀਂ ਸੁਣਨੇ ਉਹਨਾਂ ਗੱਲਾਂ ਤੇ ਦਿਲ ਨਾਲ ਗੌਰ ਕਰੀਏ। ਦਿਲ ਦੀਆਂ ਵੀ ਅੱਖਾਂ ਭਰਾਓ, ਤੇ ਕਹਿੰਦਾ ਇਸੇ ਕਰਕੇ ਕਹਿੰਦਾ ਦਿਲ ਨਾਲ ਗੌਰ ਕਰੋ, ਕਿਉਂਕਿ ਇਸ ਤੋਂ ਪਹਿਲਾ ਬਾਪ ਉਹਦੀ 17 ਐਤ ਨੂੰ ਪੜ੍ਹੀਏ ਤੇ ਲਿਖਿਆ ਹੈ, ਸਾਡਾ ਖੁਦਾ ਜਿਹੜਾ ਜਲਾਲ ਦਾ ਬਾਪ ਹੈ, ਤੁਹਾਨੂੰ ਆਪਣੀ ਪਹਿਚਾਣ ਦੇ ਵਿੱਚ ਹਿਕਮਤ ਤੇ ਮਕਾਸ਼ਫਾ ਦੀ ਰੂਹ ਬਖਸ਼ੇ, ਤਾਂ ਕਿ ਤੁਹਾਡੇ ਦਿਲ ਦੀਆਂ ਅੱਖਾਂ ਰੋਸ਼ਨ ਹੋ ਜਾਣ, ਤੁਹਾਨੂੰ ਮਾਲੂਮ ਹੋ ਜਾਏ ਕਿ ਜਿਹੜਾ ਬੁਲਾਉਂਦਾ ਪਿਆ ਹੈ ਉਹਦੇ ਤੋਂ ਕੈਸੀ ਕੁਛ ਉਮੀਦ ਹੈ, ਤੇ ਉਸ ਦੇ ਮਿਰਾਸ ਦੇ ਜਲਾਲ ਦੀ ਦੌਲਤ ਜਿਹੜੀ ਉਹ ਸਾਨੂੰ ਦੇਣਾ ਚਾਹੁੰਦਾ, ਬੁਲਾਉਂਦਾ ਪਿਆ ਹੈ, ਉਹ ਮੁਕੱਦਸਾਂ ਲਈ ਕੈਸੀ ਕੁਛ, ਤੇ ਉਹ ਸਾਨੂੰ ਵੀ ਦੇਣ ਡਿਆ ਹੈ। ਪਰ ਉਦੋਂ ਪਤਾ ਲੱਗੇਗਾ ਜਦੋਂ ਸਾਡੇ ਦਿਲ ਦੀਆਂ ਅੱਖਾਂ ਰੋਸ਼ਨ ਹੋਣਗੀਆਂ। ਤੇ ਉਹ ਦੁਆ ਕਰੀਏ ਵੀ ਰੱਬਾ ਸਾਡੇ ਦਿਲ ਦੀਆਂ ਅੱਖਾਂ ਰੋਸ਼ਨ ਕਰ ਦੇ, ਤਾਂ ਕਿ ਅਸੀਂ ਤੇਰੇ ਕਲਾਮ ਨੂੰ, ਤੇਰੀਆਂ ਗੱਲਾਂ ਨੂੰ ਦਿਲ 'ਚ ਵਸਾਈਏ, ਫਾਇਦਾ ਚੁੱਕੀਏ, ਦੂਸਰਿਆਂ ਦਾ ਫਾਇਦਾ ਕਰੀਏ। ਕਿਉਂਕਿ ਮਤੀ 10 ਬਾਪ 27 ਐਚ ਆਖਿਆ, ਜਿਸ ਗੱਲ ਨੂੰ ਤੂੰ ਸੁਣ ਲੈਣਾ, ਹਨੇਰੇ 'ਚ ਸੁਣਨਾ, ਜਾਲੇ 'ਚ ਕਰ, ਕੰਨ 'ਚ ਪੈਂਦੀ ਕੋਠੇ ਤੇ ਚੜ੍ਹ ਤੇ ਮਨਾਦੀ ਕਰ। ਤੇ ਅਮਸਾਲ 23 ਬਾਪ ਤੇ 16 'ਚ ਲਿਖਿਆ, ਜਦੋਂ ਤੇਰੇ ਮੂੰਹ 'ਚੋਂ, ਆਪਣੇ ਮੂੰਹ ਨੂੰ ਖੋਲੋਗੇ ਲੋਕਾਂ ਦਾ ਫਾਇਦਾ ਹੋਏਗਾ। ਜਦੋਂ ਤੇਰੇ ਮੂੰਹ 'ਚੋਂ ਸੱਚੀਆਂ ਗੱਲਾਂ ਨਿਕਲਣਗੀਆਂ, ਰੱਬ ਕਹਿੰਦਾ ਮੇਰਾ ਦਿਲ ਸ਼ਾਦਮਾਨ ਹੋਏਗਾ ਤੇ ਲੋਕਾਂ ਦਾ ਤੁਸੀਂ ਫਾਇਦਾ ਕਰੋਗੇ। ਤੇ ਜਦੋਂ ਲੋਕਾਂ ਦਾ ਫਾਇਦਾ ਹੋਏਗਾ ਤੇ ਫਾਇਦਾ ਤੁਹਾਡਾ ਵੀ ਹੋਵੇਗਾ, ਕਿਉਂਕਿ ਪਹਿਲਾ ਪਤਰਸ ਪਹਿਲਾ ਹੀ ਬਾਪ 9 ਐਚ ਲਿਖਿਆ, ਸਾਡੇ ਤੇ ਈਮਾਨ ਦਾ ਮਕਸਦ ਹੀ ਰੂਹਾਂ ਦੀ ਨਿਜਾਤ ਤੇ ਰੂਹਾਂ ਬਚਾਉਣੀਆਂ, ਕਲਾਮ ਸੁਣਾਉਣਾ, ਰੂਹਾਂ ਬਚਾਉਣੀਆਂ। ਤੇ ਆਓ ਸੁਣਾ ਲਈਏ। ਖੁਦਾਵੰਦ ਤੇਰਾ ਖਾਦਮ ਹੁੰਦਿਆਂ ਜਿਹੜਾ ਕਲਾਮ ਤੂੰ ਮੈਨੂੰ ਦਿੱਤਾ ਹੈ, ਉਸ ਕਲਾਮ ਨੂੰ ਪੂਰੀ ਦਿਆਨਤਦਾਰੀ ਨਾਲ ਮੈਂ ਤੇਰੇ ਲੋਕਾਂ ਤੱਕ ਪਹੁੰਚਾਇਆ। ਹੁਣ ਤੇਰੇ ਲੋਕ ਵੀ ਕਲਾਮ ਨੂੰ ਬੋਲਣ, ਸੁਣਾਉਣ, ਕਲਾਮ ਦਾ ਬੀਜ ਬੋਣ, ਆਪ ਦਿਲਾਂ 'ਚ ਵਸਾਉਣ, ਫਾਇਦਾ ਚੁੱਕਣ, ਦੂਸਰਿਆਂ ਦਾ ਫਾਇਦਾ ਕਰਨ, ਅੰਜੀਲੀ ਮਨਾਤ ਬਣਨ। ਇਹ ਸਭ ਕੁਝ ਮੰਗਣਾ ਹੈ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਭਲਿਓ ਕਲਾਮ ਨੂੰ ਸ਼ੇਅਰ ਜ਼ਰੂਰ ਕਰਨਾ, ਅੱਗੇ ਦੂਸਰਿਆਂ ਨੂੰ ਦੱਸਣਾ, ਬੈਲ ਦਾ ਬਟਨ ਦਬਾਉਣਾ, ਲਾਈਕ ਕਰਨਾ। ਖੁਦਾ ਤੈਨੂੰ ਬਰਕਤ ਦੇਵੇ।